ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਵਖਾਣੈ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਸੁਖੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵੈ ਸਿਫਤ ਕਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪਹਿਲਾ, ਜਿਨ ਕੋ ਭਾਂਡੇ ਭਾਓ ਤਿਨਾ ਸਵਾਰ ਸੀ। ਸੁਖੀ ਘਰੇ ਪਸਾਓ, ਦੁਖ ਵਿਸਾਰਸੀ। ਸਹਸਾ ਮੂਲੇ ਨਾਹੇ, ਸਰ ਪਰ ਤਾਰਸੀ। ਜਿਨ ਕੋ ਭਾਂਡੇ ਪਾਓ ਤਿਨਾ ਸਵਾਰਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਦਿਆਂ ਹੋਇਆਂ, ਅੰਮ੍ਰਿਤ ਵੇਲੇ ਦੇ ਨਿਤਨੇਮ ਮਹਾਰਾਜ ਸਾਹਿਬ ਜੀ ਨੇ 5 ਬਾਣੀਆਂ ਬਖਸ਼ਿਸ਼ ਕੀਤੀਆਂ। ਉਪਰੰਤ ਆਸਾ ਦੀ ਵਾਰ ਗੁਰਬਾਣੀ ਜਿਹੜੀ ਹੈ ਉਹ ਆਪਾਂ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਗੁਰਬਾਣੀ ਦੀ ਕਥਾ ਸੁਣ ਹਰ ਕਥਾ ਉਤਾਰੀ ਮੈਲ, ਐਸੀ ਜੋ ਕਥਾ ਹੈ ਉਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ, ਸਰਧਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪਹਿਲਾ। ਸੋਹੀ ਰਾਗ ਦਾ ਇਹ ਸ਼ਬਦ ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਉਪਦੇਸ਼ ਨੂੰ ਬਖਸ਼ਿਸ਼ ਕਰ ਰਹੇ ਹਨ। ਜਿਨ ਕੋ ਭਾਂਡੇ ਭਾਓ ਤਿਨਾ ਸਵਾਰ ਸੀ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਜਿਨ ਕੋ ਭਾਂਡਾ, ਭਾਂਡਾ ਕੀ ਹੈ? ਇਹ ਜੋ ਸਾਡਾ ਹਿਰਦਾ ਹੈ। ਜਿਨ ਕੋ ਭਾਂਡਾ ਭਾਓ,
ਭਾਉ ਨਾਮ ਗੁਰਮੁਖੋ ਹੈ ਪ੍ਰੇਮ ਦਾ। ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਪ੍ਰੇਮ ਹੈ, ਭਾਉ ਕਹੀਏ ਜਿਨ੍ਹਾਂ ਦੇ ਭਾਵਨਾ ਹੈ, ਭਾਵਨਾ ਤੋਂ ਲੈ ਲੈਣਾ ਜਿਨ੍ਹਾਂ ਦੇ ਸ਼ਰਧਾ ਹੈ, ਜਿਨ੍ਹਾਂ ਦੇ ਹਿਰਦੇ ਭਾਂਡੇ ਅੰਦਰ ਸ਼ਰਧਾ ਪ੍ਰਾਪਤ ਹੋਈ ਹੈ, ਜਿਨ੍ਹਾਂ ਦੇ ਹਿਰਦੇ ਭਾਂਡੇ ਅੰਦਰ ਪ੍ਰੇਮ ਪ੍ਰਾਪਤ ਹੋਇਆ ਹੈ, ਜਿਹੜੇ ਐਸੇ ਗੁਰਮੁਖ ਹੋਏ ਹਨ, ਤਿਨਾ ਸਵਾਰ ਸੀ। ਉਹਨਾਂ ਨੂੰ ਸਤਿਗੁਰੂ ਫਿਰ ਸਵਾਰ ਦਿੰਦੇ, ਉਹ ਸੌਰ ਜਾਂਦੇ। ਉਹ ਸਵਾਰੇ ਹੋਏ ਸਫਲੇ ਨੇ। ਕਿਹੜੇ ਸਫਲੇ ਨੇ? ਜਿਨ ਕੋ ਭਾਂਡੇ ਭਾਓ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਅੰਦਰ ਭਾਉ ਕਹੀਏ ਪ੍ਰੇਮ ਹੈ। ਸਿੱਧੇ ਸ਼ਬਦਾਂ ਵਿੱਚ ਆਪਾਂ ਇਹ ਕਹਿ ਲਈਏ ਜਿਹਦੇ ਹਿਰਦੇ ਵਿੱਚ, ਜਿਹਦੇ ਮਨ ਵਿੱਚ ਪ੍ਰੇਮ ਹੈ। ਕਿਉਂਕਿ ਗੁਰਬਾਣੀ ਦੇ ਅੱਖਰੀ ਅਰਥ ਜਿਹੜੇ ਨੇ ਉਹ ਜਦੋਂ ਆਪਾਂ ਕਰਦੇ ਹਾਂ ਕਈ ਵਾਰੀ ਪੂਰੀ ਗੱਲ ਸਮਝ ਪੈਂਦੀ ਨਹੀਂ ਹੈ, ਪਰ ਜੇ ਆਪਾਂ ਸਿੱਧਾ ਬਚਨ ਸਰਵਣ ਕਰ ਲਈਏ ਫਿਰ ਛੇਤੀ ਸਮਝ ਪੈ ਜਾਂਦਾ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੇ ਮਨ ਭਾਂਡੇ ਦੇ ਵਿੱਚ ਪ੍ਰੇਮ ਪਾਇਆ ਹੋਇਆ ਹੈ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਭਾਉ ਹੈ, ਭਾਵਨਾ ਹੈ, ਸ਼ਰਧਾ ਹੈ, ਉਹਨਾਂ ਨੂੰ ਪ੍ਰਮਾਤਮਾ ਸਵਾਰ ਦਿੰਦਾ, ਸਫਲੇ ਕਰ ਦਿੰਦਾ, ਉਹਨਾਂ ਨੂੰ ਮਾਫ ਕਰ ਦਿੰਦਾ, ਉਹ ਬਖਸ਼ੇ ਜਾਂਦੇ ਹਨ। ਸੁਖੀ ਕਰੇ ਪਸਾਓ। ਪਸਾਓ ਨਾਮ ਗੁਰਮੁਖੋ ਦਾਤ ਦਾ ਹੈ। ਉਹਨਾਂ ਨੂੰ ਸੁੱਖਾਂ ਦੀ ਦਾਤ ਉਹ ਦਿੰਦਾ ਹੈ। ਦੁੱਖ ਨਾਹੀ ਸਭ ਸੁੱਖ ਹੀ ਹੈ ਰੇ। ਹੁਣ ਦੁੱਖ ਕੋਈ ਰਹਿ ਹੀ ਨਹੀਂ ਗਿਆ, ਜਿੱਧਰ ਦੇਖੀਏ ਉਧਰ ਸੁੱਖ ਹੀ ਸੁੱਖ ਹੈ। ਸਤਿਗੁਰੂ ਕਹਿੰਦੇ ਸੁਖੀ ਕਰੈ ਪਸਾਓ। ਉਹ ਸੁੱਖਾਂ ਦੀ ਪਸਾਓ ਕਹੀਏ ਦਾਤ ਦਿੰਦਾ ਹੈ। ਉਹਦੇ ਕੋਲ ਸੁੱਖ ਹੀ ਸੁੱਖ ਹੈ। ਜਿਹੜਾ ਨਾਮ ਨੂੰ ਜਪਦਾ ਹੈ ਉਹ ਸੁੱਖਾਂ ਦੀ ਦਾਤ ਨੂੰ ਪ੍ਰਾਪਤ ਹੁੰਦਾ ਹੈ। ਦੁੱਖ ਵਿਸਾਰ ਸੀ। ਸਤਿਗੁਰੂ ਕਿਰਪਾ ਕਰਦੇ ਦੁੱਖਾਂ ਨੂੰ ਦੂਰ ਕਰ ਦਿੰਦੇ। ਦੁੱਖ ਭੁੱਲ ਹੀ ਜਾਂਦੇ, ਦੁੱਖ ਚੇਤੇ ਹੀ ਨਹੀਂ ਰਹਿ ਜਾਂਦਾ ਹੈ। ਉਹ ਸੁੱਖ ਇੰਨੇ ਦਿੰਦਾ ਪਰਮਾਤਮਾ, ਸੁੱਖਾਂ ਦੀ ਦਾਤ ਮਿਲਦੀ ਜਾਂਦੀ ਹੈ। ਸੁਖੀ ਕਰੈ ਪਸਾਓ, ਸੁੱਖਾਂ ਦੀ ਪਸਾਓ ਦਾਤ ਮਿਲਦੀ ਹੈ। ਦੁੱਖ ਵਿਸਾਰ ਸੀ, ਦੁੱਖਾਂ ਨੂੰ ਭੁਲਾ ਦਿੰਦਾ ਹੈ। ਦੁੱਖ ਦੂਰ ਚਲੇ ਜਾਂਦੇ, ਦੁੱਖ ਨਹੀਂ ਮਿਲਦੇ ਹਨ। ਸਹਸਾ ਮੂਲੇ ਨਾਹੇ। ਮੂਲੇ ਤੋਂ ਭਾਵ ਹੁੰਦਾ ਬਿਲਕੁਲ ਭਾਈ ਮੁੱਢੋਂ ਸੰਸਾ ਕੋਈ ਰਹਿ ਹੀ ਨਹੀਂ ਜਾਂਦਾ। ਸੰਸਾ, ਸ਼ੰਕਾ, ਭਰਮ ਇਹ ਰਹਿ ਨਹੀਂ ਜਾਂਦਾ। ਇਹ ਮੁੱਢੋਂ ਸਤਿਗੁਰੂ ਖਤਮ ਕਰ ਦਿੰਦੇ ਹਨ। ਸਰ ਪਰ ਤਾਰ ਸੀ। ਸਰ ਪਰ ਤੋਂ ਭਾਵ ਹੈ ਜ਼ਰੂਰ ਬਾਰ ਜ਼ਰੂਰ। ਕਈ ਵਾਰੀ ਅਸੀਂ ਕੋਈ ਕਾਰਜ ਕਰਦੇ ਆ ਨਾ, ਸਾਡੇ ਮਨ ਵਿੱਚ ਵਿਚਾਰ ਇਹ ਹੁੰਦਾ ਵੀ ਪਤਾ ਨਹੀਂ ਇਹ ਕੰਮ ਹੋਵੇਗਾ ਕਿ ਨਹੀਂ। ਜੇ ਹੋਵੇਗਾ ਇਹਦੇ ਵਿੱਚ ਮੈਂ ਕਿੰਨਾ ਸਫਲਾ ਹੋਵਾਂਗਾ ਜਾਂ ਕਿੰਨਾ ਅਸਫਲ ਹੋਵਾਂਗਾ ਇਹ ਵੀ ਨਹੀਂ ਪਤਾ ਹੈ। ਤੇ ਕੁਝ ਕੰਮ ਜ਼ਿੰਦਗੀ ਦੇ ਫਿਰ ਰਿਸਕ ਲੈ ਕੇ ਉਹ ਕਰਨੇ ਪੈਂਦੇ। ਪਰ ਮਹਾਰਾਜ ਇੱਥੇ ਕਹਿਣ ਲੱਗੇ ਸਰ ਪਰ ਤਾਰ ਸੀ। ਸਰ ਪਰ ਤੋਂ ਭਾਵ ਹੈ ਜ਼ਰੂਰ ਬਾਰ ਜ਼ਰੂਰ, 100% ਗਰੰਟੀ ਹੈ। 100 ਤੋਂ ਵੀ ਵੱਧ ਇਸ ਗੱਲ ਦੀ ਗਰੰਟੀ ਹੈ ਵੀ ਤਾਰ ਸੀ ਉਹ ਜ਼ਰੂਰ ਤਾਰ ਦੇਵੇਗਾ। ਇੱਥੇ ਇਹ ਨਹੀਂ ਸਵਾਲ ਰਹੇਗਾ ਵੀ ਪਤਾ ਨਹੀਂ ਮੈਂ ਮੁਕਤ ਹੋਵਾਂਗਾ ਕਿ ਨਹੀਂ, ਪਤਾ ਨਹੀਂ ਮੈਂ ਤਰਾਂਗਾ ਕਿ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਹਿਰਦੇ ਭਾਂਡੇ ਵਿੱਚ ਪ੍ਰੇਮ ਹੈ ਉਹਨਾਂ ਦੇ ਸੰਸ਼ੇ ਉਹ ਮਿਟਾ ਦਿੰਦਾ। ਸੰਸ਼ੇ ਰਹਿ ਹੀ ਨਹੀਂ ਜਾਂਦੇ ਜਿਹਦੇ ਮਨ ਵਿੱਚ ਪ੍ਰੇਮ ਹੈ। ਜਿਹਦੇ ਮਨ ਵਿੱਚ ਪ੍ਰੇਮ ਹੈ ਉਹ ਜ਼ਰੂਰ ਬਾਰ ਜ਼ਰੂਰ ਸੰਸਾਰ ਤੋਂ ਤਰ ਜਾਏਗਾ। ਇਸ ਗੱਲ ਵਿੱਚ ਕੋਈ ਸੰਸਾ ਨਹੀਂ ਹੈ, ਕੋਈ ਸ਼ੱਕ ਨਹੀਂ ਹੈ ਵੀ ਨਹੀਂ ਤਰੇਗਾ। ਉਹ ਜ਼ਰੂਰ ਮੁਕਤ ਹੋ ਜਾਂਦਾ ਹੈ। ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ। ਜਿਨ੍ਹਾਂ ਦੇ ਮੱਥੇ ਦੇ ਉੱਪਰ ਪਰਮਾਤਮਾ ਨੇ ਇਹ ਲੇਖ ਲਿਖਿਆ ਹੈ। ਕਰਮਾਂ ਤੋਂ ਬਿਨਾਂ ਗੁਰੂ ਵੀ ਨਹੀਂ ਮਿਲਦਾ ਹੈ। ਕਈ ਵਾਰੀ ਆਪਾਂ ਕਿਸੇ ਨੂੰ ਬੜਾ ਯਤਨ ਕਰਦੇ ਹਾਂ, ਬੜਾ ਪ੍ਰੇਰਦੇ ਹਾਂ, ਪਰ ਫਿਰ ਵੀ ਉਹ ਗੁਰੂ ਕੋਲ ਆਉਂਦਾ ਨਹੀਂ ਜਾਂ ਗੁਰੂ ਨੂੰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿਣ ਲੱਗੇ ਜਿਹਦੇ ਮੱਥੇ ਤੇ ਕਰਮ ਹੀ ਨਹੀਂ ਲਿਖੇ ਉਹਨੂੰ ਗੁਰੂ ਕਿਵੇਂ ਮਿਲੇਗਾ। ਅਸੀਂ ਸੰਗਤ ਵਿੱਚ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਚਰਨ ਧੂੜੀ ਮਸਤਕ ਨੂੰ ਲਾਉਂਦੇ ਹਾਂ। ਉਹ ਇਸ ਵਾਸਤੇ ਅਸੀਂ ਇਹ ਸਭ ਕੁਝ ਵਿਧੀ ਕਰਦੇ ਹਾਂ ਕਿ ਸਾਡੇ ਮੱਥੇ ਤੇ ਪਰਮਾਤਮਾ ਉਹ ਲੇਖ ਲਿਖ ਦੇਵੇ ਜਿਨ੍ਹਾਂ ਲੇਖਾਂ ਦੇ ਕਰਕੇ ਗੁਰੂ ਮਿਲਦਾ ਹੈ।
ਕਈ ਵਾਰੀ ਅਸੀਂ ਸਾਰੀ ਉਮਰ ਚੰਗਾ ਸ਼ੁਭ ਕਰਮ ਤੇ ਕਰਦੇ ਰਹਿੰਦੇ, ਗੁਰੂ ਘਰ ਵੀ ਆਉਂਦੇ ਆ, ਮੱਥਾ ਵੀ ਟੇਕਦੇ ਆ, ਪਰ ਸਾਰੀ ਉਮਰ ਤਾਂ ਅਸੀਂ ਅੰਮ੍ਰਿਤ ਨਹੀਂ ਛਕ ਪਾਉਂਦੇ। ਕਈ ਇਹੋ ਜਿਹਾ ਜੰਜਾਲ ਪੈ ਜਾਂਦੇ, ਉਹਨਾਂ ਜੰਜਾਲਾਂ ਵਿੱਚ ਫਸ ਕੇ ਅਸੀਂ ਆਖਦੇ ਹਾਂ ਵੀ ਜੇ ਮੈਂ ਅੰਮ੍ਰਿਤ ਛਕ ਲਿਆ ਤੇ ਆਹ ਕੰਮ ਕਿਵੇਂ ਕਰਾਂਗਾ। ਅਸਲ ਵਿੱਚ ਉਹ ਜਿਹੜਾ ਕੰਮ ਹੈ ਨਾ, ਉਹ ਜੰਜਾਲ ਰੂਪ ਹੈ, ਜਿਹੜਾ ਤੈਨੂੰ ਗੁਰੂ ਤੋਂ ਦੂਰ ਕਰੀ ਬੈਠਾ ਹੈ। ਜਿੱਦਣ ਮਰ ਕੇ ਦੁਨੀਆ ਤੋਂ ਜਾਣਾ ਹੈ, ਉਦਣ ਉਹ ਜੰਜਾਲ ਵਾਲਾ ਕੰਮ ਤੇਰੇ ਨਾਲ ਨਹੀਂ ਜਾਣਾ, ਜਿਹੜੇ ਕੰਮ ਕਰਕੇ ਤੂੰ ਅੰਮ੍ਰਿਤ ਨਹੀਂ ਨਾ ਛਕ ਸਕਿਆ। ਜਿੱਦਣ ਮਰ ਕੇ ਜਾਣਾ ਉਸ ਦਿਨ ਉਹ ਕੰਮ ਤੇਰੇ ਨਾਲ ਨਹੀਂ ਜਾਣਾ, ਉਸ ਕੰਮ ਤੋਂ ਕੀਤੀ ਹੋਈ ਕਮਾਈ ਵੀ ਤੇਰੇ ਨਾਲ ਨਹੀਂ ਜਾਣੀ ਹੈ। ਅਵਰ ਕਾਜ ਤੇਰਾ ਕਿਤਾ ਹੈ ਨਾਕਾਮ, ਮਹਾਰਾਜ ਦਾ ਬਚਨ। ਉਸ ਕੰਮ ਤੋਂ ਕੀਤੀ ਕਮਾਈ ਨਾਲ ਨਹੀਂ ਜਾਵੇਗੀ ਜਿਸ ਕੰਮ ਨੇ ਤੈਨੂੰ ਅੰਮ੍ਰਿਤ ਤੋਂ ਰੋਕਿਆ ਹੋਇਆ ਹੈ। ਪਰ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਗੁਰਮੁਖਾ, ਗੁਰੂ ਦੇ ਅੱਗੇ ਇਹ ਅਰਦਾਸ ਕਰ, ਮਹਾਰਾਜ ਮੈਂ ਤੇਰੇ ਦਰ ਤੇ ਆਉਂਦਾ ਹਾਂ 6 ਮਹੀਨੇ ਤੋਂ, 1 ਸਾਲ ਤੋਂ, 5 ਸਾਲ ਤੋਂ। ਮੈਂ ਦਰਬਾਰ ਵਿੱਚ ਵੀ ਬੈਠਦਾ ਹਾਂ, ਮੈਂ ਮੱਥਾ ਵੀ ਟੇਕਦਾ ਹਾਂ, ਮੈਂ ਪਰਿਕਰਮਾ ਵੀ ਕਰਦਾ, ਮੈਂ ਸਮੇਂ ਸਮੇਂ ਤੇ ਸੇਵਾ ਵੀ ਕਰ ਲੈਂਦਾ, ਪਰ ਮੇਰੇ ਤੇ ਕਿਰਪਾ ਇਹ ਕਰੋ ਵੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਵੋ, ਮੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਮੇਰਾ ਭਲਾ ਕਰ ਦੇਵੋ, ਤਾਂ ਕਿ ਮੈਂ ਜੰਮਣ ਮਰਨ ਵਿੱਚ ਨਾ ਆਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਨਾ ਸੰਗਤਾਂ ਸਿੱਖਾਂ ਨੇ, ਮਹਾਰਾਜ ਜੇ ਤੁਹਾਡਾ ਕੋਈ ਸਿੱਖ ਅੰਮ੍ਰਿਤ ਛਕ ਲਵੇ, ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਉਸ ਦੇ ਕੋਲੋਂ ਕੋਈ ਗਲਤੀ, ਕੋਈ ਗੁਨਾਹ ਹੋ ਜਾਵੇ, ਤੇ ਫਿਰ ਆਪ ਜੀ ਕੀ ਕਰਦੇ ਹੋ? ਮਾਫ ਕਰਦੇ ਹੋ ਕਿ ਸਜ਼ਾ ਦਿੰਦੇ ਹੋ? ਮੁਕਤ ਕਰਦੇ ਹੋ ਕਿ ਜਨਮਾਂ ਵਿੱਚ ਪਾਉਂਦੇ ਹੋ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਗੁਰੂ ਕੇ ਉਹ ਸਿੱਖੋ, ਜਿਸ ਮੁਖ ਦੇ ਵਿੱਚ ਅੰਮ੍ਰਿਤ ਚਲੇ ਜਾਂਦਾ ਹੈ, ਜਿਹੜਾ ਅੰਮ੍ਰਿਤ ਛਕ ਲੈਂਦਾ ਨਾ, ਜਿਹਦੇ ਮੁਖ ਵਿੱਚ ਅੰਮ੍ਰਿਤ ਪੈ ਗਿਆ, ਉਹਦੇ ਜਿਹੜੇ ਪਿਛਲੇ ਕਰਮ ਨੇ, ਸਾਡੇ ਕਈ ਜਨਮਾਂ ਦੇ ਕੀਤੇ ਹੋਏ ਪਾਪ ਗੁਨਾਹ, ਉਹ ਸਾਰੇ ਮਾਫ ਹੋ ਜਾਂਦੇ। ਸਤਿਗੁਰ ਕੈ ਜਨਮੈ ਗਵਨ ਮਟਾਇਆ, ਸਤਿਗੁਰ ਦੇ ਘਰ ਜਨਮ ਲੈਂਦਿਆਂ ਪਿਛਲੇ ਸਾਰੇ ਲੇਖੇ ਮੁੱਕ ਗਏ। ਔਰ ਮੰਨ ਲਓ ਵੀ ਅੰਮ੍ਰਿਤ ਦੀ ਦਾਤ ਲੈ ਲਈ ਹੈ, ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਵਿੱਚ ਕੋਈ ਗੁਨਾਹ, ਕੋਈ ਗਲਤੀ ਹੋ ਗਈ ਹੈ, 10ਵੇਂ ਪਾਤਸ਼ਾਹ ਕਹਿੰਦੇ 10,000 ਸਾਲ ਦਾ ਉਸ ਨੂੰ ਸਮਾਂ ਦਿੱਤਾ ਜਾਂਦਾ। ਅਸੀਂ 10,000 ਸਾਲ ਉਹਨੂੰ ਸਮਾਂ ਦਿੰਦੇ ਹਾਂ। ਇੱਕ ਜਨਮ ਦੇ ਵਿੱਚ ਨਹੀਂ ਆਪਣੀ ਗਲਤੀ ਨੂੰ ਸੁਧਾਰ ਸਕਿਆ, ਦੂਜਾ ਜਨਮ ਮਿਲੇਗਾ, ਦੂਜਾ ਨਹੀਂ ਤੇ ਤੀਜਾ ਮਿਲੇਗਾ। 10,000 ਸਾਲ ਦੇ ਵਿੱਚ ਕਿੰਨੇ ਜਨਮ ਹੋ ਗਏ? ਕਿਸੇ ਜਨਮ ਦੇ ਵਿੱਚ ਤੇ ਬੰਦਗੀ ਕਰ ਲਵੇਗਾ, ਕਿਸੇ ਜਨਮ ਦੇ ਵਿੱਚ ਆਪਣੀ ਗਲਤੀ ਸੁਧਾਰ ਲਵੇਗਾ, ਕਿਸੇ ਜਨਮ ਦੇ ਵਿੱਚ ਤੇ ਨਿਤਨੇਮੀ ਬਣ ਜਾਵੇਗਾ, ਫਿਰ ਇਹ ਸਾਡੇ ਕੋਲ ਆ ਜਾਏਗਾ। ਅਸੀਂ ਸੰਗਤ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਸ ਸਿੱਖ ਦਾ 10,000 ਸਾਲ ਤੱਕ ਇੰਤਜ਼ਾਰ ਕਰਦੇ ਹਾਂ। ਐਸੀ ਹੈ ਅੰਮ੍ਰਿਤ ਦੀ ਦਾਤ। ਮੂੰਹ ਵਿੱਚ ਮੁਖ ਵਿੱਚ ਅੰਮ੍ਰਿਤ ਚਲਾ ਗਿਆ, ਇਹ ਨਹੀਂ ਵੀ ਬਸ ਅੰਮ੍ਰਿਤ ਛਕ ਲਿਆ ਤੇ ਠੀਕ ਹੈ। ਉਹ ਸਿੱਖ ਗੁਰੂ ਦੇ ਘਰੇ ਦਾਖਲ ਹੋ ਗਿਆ, ਉਹਦਾ ਗੁਰੂ ਦੇ ਘਰੇ ਦਾਖਲਾ ਹੋ ਗਿਆ ਹੈ, ਫਿਰ ਗੁਰੂ ਉਹਦਾ ਇੰਤਜ਼ਾਰ ਕਰਦਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਗੁਰੂ ਐਵੇਂ ਨਹੀਂ ਮਿਲ ਜਾਂਦਾ, ਤੇ ਗੁਰੂ ਮਿਲ ਕੇ ਅੰਮ੍ਰਿਤ ਐਵੇਂ ਨਹੀਂ ਮਿਲਦਾ ਹੈ, ਇਹ ਕਰਮਾਂ 'ਚ ਲਿਖਿਆ ਹੋਵੇ ਤੇ ਤਾਂ ਦਾਤ ਮਿਲਦੀ ਹੈ। ਇਸ ਕਰਕੇ ਗੁਰੂ ਕਿਹਾ ਸਿੱਖਾ, ਜਿਨ੍ਹਾਂ ਧੰਦਿਆਂ ਕਰਕੇ ਤੂੰ ਗੁਰੂ ਤੋਂ ਦੂਰ ਹੋਇਆ ਬੈਠਾ ਹੈ ਨਾ, ਇਹ ਧੰਦੇ ਤੇਰੇ ਨਾਲ ਨਹੀਂ ਹੋ ਜਾਣੇ, ਇਹਨਾਂ ਧੰਦਿਆਂ ਨੇ ਇੱਥੇ ਰਹਿ ਜਾਣਾ। ਉਹਨਾਂ ਧੰਦਿਆਂ ਤੋਂ ਜਿਹੜੀ ਕੀਤੀ ਕਮਾਈ ਹੈ ਉਹ ਵੀ ਇੱਥੇ ਹੀ ਰਹਿ ਜਾਣੀ ਹੈ। ਪਰ ਜੇ ਤੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਨਾਮ ਜਪਿਆ ਹੋਵੇਗਾ, ਉਹ ਨਾਮ ਤੇਰੀ ਮੁਕਤੀ ਵਾਸਤੇ ਤੇਰੀ ਮਦਦ ਕਰੇਗਾ। ਇਸ ਕਰਕੇ ਜਦੋਂ ਗੁਰੂ ਦੇ ਕੋਲ ਆਉਂਦਾ ਨਾ, ਉਦੋਂ ਇਹ ਅਰਦਾਸ ਕਰਿਆ ਕਰ, ਸਤਿਗੁਰੂ ਜੇ ਮੇਰੇ ਕਰਮਾਂ 'ਚ ਨਹੀਂ ਲਿਖਿਆ ਗੁਰੂ ਵਾਲਾ ਬੰਨਾ, ਜੇ ਮੇਰੇ ਕਰਮਾਂ 'ਚ ਇਹ ਨਹੀਂ ਲਿਖਿਆ ਵੀ ਮੈਨੂੰ ਅੰਮ੍ਰਿਤ ਦੀ ਦਾਤ ਮਿਲਣੀ ਹੈ, ਮੇਰੇ 'ਤੇ ਕਿਰਪਾ ਕਰੋ, ਮੇਰੇ ਮੱਥੇ 'ਤੇ ਉਹ ਕਰਮ ਲਿਖ ਦਿਓ, ਉਹ ਲੇਖ ਲਿਖ ਦਿਓ। ਤੇ ਸਤਿਗੁਰੂ ਬਖਸ਼ਿਸ਼ ਕਰਦੇ, ਤਿਨਾ ਮਿਲਿਆ ਗੁਰ ਆਏ, ਜਿਨ੍ਹਾਂ ਦੇ ਮੱਥੇ 'ਤੇ ਪ੍ਰਮਾਤਮਾ ਲੇਖ ਲਿਖ ਦਿੰਦਾ ਹੈ, ਗੁਰੂ ਵੀ ਭਾਈ ਉਹਨਾਂ ਨੂੰ ਹੀ ਮਿਲਦਾ ਹੈ। ਉਹ ਗੁਰੂ ਵਾਲੇ ਬਣਦੇ, ਉਹ ਗੁਰੂ ਦਾ ਸਿੱਖ ਬਣ ਜਾਂਦਾ ਹੈ। ਪਰ ਬਣਦਾ ਉਹ ਹੈ ਜਿਹਦੇ ਮੱਥੇ 'ਤੇ ਲੇਖ ਪ੍ਰਮਾਤਮਾ ਲਿਖਦਾ ਹੈ। ਔਰ ਇਹ ਜਿਹੜੀ ਸਤ ਸੰਗਤ ਹੈ, ਇਹ ਪ੍ਰਮਾਤਮਾ ਦਾ ਦਫ਼ਤਰ ਹੈ।
ਦਫ਼ਤਰ ਦੇ ਵਿੱਚ ਲਿਖੇ ਜਾਂਦੇ ਨੇ, ਕਾਨੂੰਨ ਬਣਾਏ ਜਾਂਦੇ, ਉਹ ਕਾਨੂੰਨ ਲਾਗੂ ਕੀਤੇ ਜਾਂਦੇ। ਇਹ ਸਤ ਸੰਗਤ ਪ੍ਰਮਾਤਮਾ ਦਾ ਦਫ਼ਤਰ ਹੀ ਹੈ। ਇੱਥੇ ਲੇਖ ਲਿਖਿਆ ਜਾਂਦਾ ਹੈ। ਇੱਥੇ ਆ ਕੇ ਅਰਦਾਸ ਕਰੇਗਾ, ਉਹ ਪ੍ਰਮਾਤਮਾ ਤੇਰੇ ਮੱਥੇ ਤੇ ਲੇਖ ਲਿਖੇਗਾ, ਜਿਨ੍ਹਾਂ ਲੇਖਾਂ ਕਰਕੇ ਤੈਨੂੰ ਗੁਰੂ ਮਿਲਣਾ ਹੈ। ਜਿਨ ਕੋ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਲਿਖਿਆ ਲੇਖ, ਉਹਨਾਂ ਨੂੰ ਗੁਰੂ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ। ਜੋ ਅੰਮ੍ਰਿਤ ਰੂਪੀ ਨਾਮ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਦੇਵੈ ਦਿਖਿਆ, ਉਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਦੀ ਜਿਹੜੀ ਸਿੱਖਿਆ ਹੈ, ਉਹ ਗੁਰੂ ਕੋਲੋਂ ਪ੍ਰਾਪਤੀ ਹੁੰਦੀ ਹੈ। ਤਾਂ ਹੀ ਆਪਾਂ ਗੁਰੂ ਕੋਲ ਆਉਂਦੇ ਨੇ, ਇੱਥੋਂ ਸਿੱਖਿਆ ਮਿਲਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ, ਕਿਰਪਾ ਕਰ ਦਿੰਦੇ। ਸਤਿਗੁਰੂ ਕਹਿਣ ਲੱਗੇ ਅੰਮ੍ਰਿਤ ਹਰਿ ਕਾ ਨਾਉ, ਪਰਮਾਤਮਾ ਦਾ ਨਾਮ ਭਾਈ ਅੰਮ੍ਰਿਤ ਰੂਪ ਹੈ। ਸਤਿਗੁਰੂ ਕਿਰਪਾ ਕਰਕੇ ਇੱਥੇ ਨਾਮ ਦੀ ਸਿੱਖਿਆ ਦਿੰਦੇ, ਨਾਮ ਦੀ ਸਿੱਖਿਆ ਦਿੰਦੇ, ਗੁਰੂ ਕਿਰਪਾ ਕਰਦਾ ਹੈ। ਦੇਵੇ ਦਿਖਿਆ ਚਾਲੇ ਸਤਿਗੁਰ ਭਾਏ, ਭਵੇ ਨਾ ਭੀਖਿਆ। ਜਿਹੜੇ ਗੁਰੂ ਦੇ ਭਾਏ ਕਹੀਏ, ਭਾਣੇ ਦੇ ਵਿੱਚ ਚੱਲਦੇ। ਭਾਣਾ ਮੰਨਣਾ ਬੜਾ ਔਖਾ ਹੈ ਨਾ। ਅਸੀਂ ਤੇ ਨਿੱਕੀ ਨਿੱਕੀ ਗੱਲ ਤੇ ਸ਼ੰਕਾ ਕਿੰਤੂ ਕਰ ਲੈਂਦੇ, ਆਹ ਕਾਰਜ ਕਿਉਂ ਹੋਇਆ ਹੈ। ਸਾਡੇ ਕਹਿਣ ਤੋਂ ਭਾਵ ਹੁੰਦਾ ਵੀ ਜੋ ਹੋਇਆ ਹੈ ਇਹ ਠੀਕ ਨਹੀਂ ਹੋਇਆ। ਜੇ ਮੈਂ ਕਰਦਾ, ਹੋ ਸਕਦਾ ਠੀਕ ਹੋ ਜਾਂਦਾ, ਚੰਗਾ ਹੋ ਜਾਂਦਾ। ਸਤਿਗੁਰੂ ਕਹਿਣ ਲੱਗੇ ਚੱਲੇ ਸਤਿਗੁਰ ਭਾਏ, ਜਿਹੜੇ ਗੁਰੂ ਦੇ ਭਾਏ ਕਹੀਏ, ਭਾਣੇ ਵਿੱਚ ਚੱਲਦੇ ਨੇ। ਜਿਹੜੇ ਐਸੇ ਗੁਰਮੁਖ ਹਨ ਜਿਨ੍ਹਾਂ ਨੂੰ ਭਾਣਾ ਮਿੱਠਾ ਲੱਗਾ ਹੈ। ਕਰ ਕਿਰਪਾ ਨਾਨਕ ਗੁਣ ਗਾਵੇ, ਮਿੱਠਾ ਲੱਗੈ ਤੇਰਾ ਭਾਣਾ। ਮੇਰੇ ਤੇ ਇਹ ਕਿਰਪਾ ਕਰ। ਕਿਹੜੀ ਕਿਰਪਾ ਕਰ? ਕਰ ਕਿਰਪਾ ਨਾਨਕ ਗੁਣ ਗਾਵੇ, ਮੈਂ ਤੇਰੇ ਗੁਣ ਗਾਵਾਂ, ਇਹ ਮੇਰੇ ਤੇ ਕਿਰਪਾ ਕਰ। ਜਿੰਨਾ ਚਿਰ ਤੂੰ ਬਾਣੀ ਨਹੀਂ ਪੜ੍ਹਦਾ, ਜਿੰਨਾ ਚਿਰ ਨਾਮ ਨਹੀਂ ਜਪਦਾ, ਜਿੰਨਾ ਚਿਰ ਪ੍ਰਮਾਤਮਾ ਦੇ ਗੁਣ ਨਹੀਂ ਗਾਉਂਦਾ, ਉਨਾ ਚਿਰ ਤੈਨੂੰ ਭਾਣਾ ਵੀ ਚੰਗਾ ਨਹੀਂ ਲੱਗਣਾ ਹੈ। ਭਾਣਾ ਵੀ ਚੰਗਾ ਉਸ ਵੇਲੇ ਲੱਗਣਾ ਹੈ ਜਦੋਂ ਤੇਰੇ ਕੋਲ ਨਾਮ ਦੀ ਕਮਾਈ ਹੋਵੇਗੀ। ਇਤਿਹਾਸ ਪੜ੍ਹ ਕੇ ਵੇਖ ਲਈਏ, ਗ੍ਰੰਥ ਪੜ੍ਹ ਕੇ ਵੇਖ ਲਈਏ, ਭਾਣਾ ਵੀ ਉਹਨਾਂ ਨੇ ਮੰਨਿਆ, ਰਜਾ ਵੀ ਉਹਨਾਂ ਨੇ ਮੰਨੀ ਹੈ ਜਿਨ੍ਹਾਂ ਦੇ ਕੋਲ ਨਾਮ ਦੀ ਕਮਾਈ ਸੀ। ਜਿਨ੍ਹਾਂ ਦੇ ਕੋਲ ਨਾਮ ਦੀ ਕਮਾਈ ਨਹੀਂ, ਉਹ ਭਾਣਾ ਵੀ ਨਹੀਂ ਮੰਨ ਸਕੇ। ਭਾਣਾ ਮੰਨਣਾ ਕੋਈ ਨਿੱਕੀ ਜੀ ਗੱਲ ਨਹੀਂ ਹੈ, ਨਿੱਕੀ ਖੇਡ ਕੋਈ ਨਹੀਂ ਹੈ। ਭਾਣਾ ਵੀ ਤਾਂ ਮੰਨਿਆ ਜਾਂਦਾ ਜੇ ਨਾਮ ਦੀ ਕਮਾਈ ਹੋਵੇ, ਨਾਮ ਦੀ ਬਰਕਤ ਹੋਵੇ ਕੋਲ, ਤਾਂ ਭਾਣਾ ਮੰਨੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਰ ਕਿਰਪਾ ਨਾਨਕ ਗੁਣ ਗਾਵੇ, ਮੇਰੇ ਤੇ ਕਿਰਪਾ ਕਰ ਵੀ ਮੈਂ ਤੇਰੇ ਗੁਣਾਂ ਨੂੰ ਗਾਵਾਂ, ਮੈਂ ਬਾਣੀ ਨੂੰ ਪੜ੍ਹਾਂ, ਮੈਂ ਨਾਮ ਨੂੰ ਜਪਾਂ, ਤੇ ਫਿਰ ਕੀ ਹੋਵੇਗਾ? ਮਿੱਠਾ ਲੱਗੈ ਤੇਰਾ ਭਾਣਾ। ਤੇਰਾ ਭਾਣਾ ਫਿਰ ਮੈਨੂੰ ਮਿੱਠਾ ਲੱਗੇਗਾ, ਫਿਰ ਮੈਨੂੰ ਮਨਜ਼ੂਰ ਹੋਵੇਗਾ। ਜੋ ਤੂੰ ਕਰਦਾ ਉਹ ਠੀਕ ਕਰਦਾ। ਪਰ ਜਿੰਨਾ ਚਿਰ ਨਾਮ ਨਹੀਂ ਜਪਦੇ, ਉਹਨਾਂ ਚਿਰ ਭਾਣਾ ਵੀ ਕਿੱਥੇ ਚੰਗਾ ਲੱਗਦਾ। ਤਾਂ ਹੀ ਆਪਾਂ ਝੱਟ ਕਿੰਤੂ ਤੇ ਸ਼ੰਕਾ ਕਰ ਲੈਂਦੇ। ਚੱਲੇ ਸਤਿਗੁਰ ਭਾਏ, ਜਿਹੜੇ ਸਤਿਗੁਰਾਂ ਦੇ ਭਾਏ ਕਹੀਏ, ਭਾਣੇ ਵਿੱਚ ਚੱਲਦੇ ਹਨ, ਉਹਨਾਂ ਤੇ ਕਿਰਪਾ ਹੁੰਦੀ। ਫਿਰ ਮਹਾਰਾਜ ਫਰਮਾਉਂਦੇ ਹਨ ਚੱਲ ਹੈ ਸਤਿਗੁਰ ਭਾਏ। ਭਾਏ ਦਾ ਦੂਜਾ ਅਰਥ ਗੁਰਮੁਖੋ ਪ੍ਰੇਮ ਹੈ। ਜਿਹੜੇ ਗੁਰੂ ਦੇ ਪ੍ਰੇਮ ਦੇ ਰਸਤੇ ਤੇ ਚੱਲਦੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜੇ ਪ੍ਰੇਮ ਦੇ ਰਸਤੇ ਦੇ ਉੱਪਰ ਚੱਲਦੇ, ਜਿਨ੍ਹਾਂ ਨੂੰ ਗੁਰੂ ਦਾ ਪ੍ਰੇਮ ਪਾਇਆ, ਚੰਗਾ ਲੱਗਾ ਹੈ। ਭਵੈ ਨਾ ਭੀਖਿਆ। ਭੀਖਿਆ ਤੋਂ ਭਾਵ ਹੈ ਵੀ ਉਹ 84 ਲੱਖ ਜੂਨਾਂ ਵਿੱਚ ਪਾਉਂਦੇ ਨਹੀਂ। ਇੱਕ ਜਨਮ ਤੋਂ ਦੂਜਾ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ, ਵਾਰ-ਵਾਰ ਜੰਮ ਕੇ ਆਉਣਾ, ਮਰ ਕੇ ਜਾਣਾ। ਪਾਤਸ਼ਾਹ ਕਹਿਣ ਲੱਗੇ ਇਹ ਜੰਮਣ ਮਰਨ ਉਹਨਾਂ ਦਾ ਖਤਮ ਹੋ ਜਾਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ ਹੈ। ਜਿਹੜੇ ਪ੍ਰੇਮ ਕਰਦੇ ਭਵੇ ਨਾ ਭੀਖਿਆ, ਉਹ 84 ਲੱਖ ਜੂਨਾਂ ਵਿੱਚ ਪਾਉਂਦੇ ਨਹੀਂ ਹਨ। ਜਾਂ ਕੋ ਮਹਿਲ ਹਜੂਰ ਦੂਜੈ ਨਿਵੈ ਕਿਸ। ਜਿਨ੍ਹਾਂ ਨੂੰ ਮਹਿਲ ਕਹੀਏ ਸਵੈ ਸਰੂਪ, ਹਜੂਰ ਕਹੀਏ ਪ੍ਰਗਟ ਹੋਇਆ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਸਵੈ ਸਰੂਪ ਪ੍ਰਗਟ ਹੋ ਗਿਆ ਨਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੁਆਰਤੀ ਹੋਏ। ਬਚਨ ਨੇ ਨਾ ਸਤਿਗੁਰੂ ਜੀਆਂ ਦੇ, ਜਿਨ੍ਹਾਂ ਦੇ ਅੰਦਰੋਂ ਪ੍ਰਮਾਤਮਾ ਸਾਖਸ਼ਾਤ ਪ੍ਰਗਟ ਹੋ ਜਾਂਦਾ, ਜਾਂ ਕਹਿ ਲਈਏ ਜਿਨ੍ਹਾਂ ਦੇ ਅੰਦਰੋਂ ਪ੍ਰਤੱਖ ਹੀ ਪ੍ਰਗਟ ਹੋ ਜਾਂਦਾ ਹੈ, ਜਿਨ੍ਹਾਂ ਦੇ ਸਾਹਮਣੇ ਉਹ ਪ੍ਰਗਟ ਹੋ ਜਾਂਦਾ। ਜਿਵੇਂ ਭਗਤ ਨਾਮਦੇਵ ਦੇ ਸਾਹਮਣੇ ਹੋ ਰਿਹਾ।
ਭਗਤ ਕਬੀਰ ਜੀ ਦੇ ਸਾਹਮਣੇ ਹੋ ਰਿਹਾ, ਜਿਨ੍ਹਾਂ ਦੇ ਸਾਹਮਣੇ ਉਹ ਪ੍ਰਗਟ ਹੁੰਦਾ ਹੈ। ਸਤਿਗੁਰੂ ਫਰਮਾਉਂਦੇ ਹਨ, ਦੂਜੇ ਨਿਵੈ ਕਿਸ। ਉਹ ਕਿਸੇ ਆਮ ਸੰਸਾਰੀ ਬੰਦੇ ਅੱਗੇ ਨਹੀਂ ਨਿਉਂਦੇ। ਜਿਵੇਂ ਆਪਾਂ ਹਰੇਕ ਨੂੰ ਸਲਾਮ ਕਰਦੇ ਆ ਨਾ, ਹਰੇਕ ਦੇ ਪੈਰੀਂ ਡਿੱਗਦੇ ਆ, ਫਲਾਣਿਆ ਮੇਰੀ ਮਦਦ ਕਰੋ, ਫਲਾਣਿਆ ਮੈਨੂੰ ਬਚਾਲਾ। ਅਸੀਂ ਹਰੇਕ ਦੇ ਪੈਰ ਘੁੱਟਦੇ ਆਪਣੇ ਮਤਲਬ ਵਾਸਤੇ। ਪਰ ਜਿਨ੍ਹਾਂ ਨੂੰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹ ਫਿਰ ਕਿਸੇ ਦੂਜੇ ਦੇ ਅੱਗੇ ਨਿਉਂਦੇ ਨਹੀਂ ਹਨ। ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ। ਦਰਵਾਣੀ ਜਿਹੜੇ ਪ੍ਰਮਾਤਮਾ ਦੇ ਦਰ ਤੇ ਉੱਪਰ ਖਲੋਤੇ ਨੇ ਨਾ, ਜਮਦੂਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਮਦੂਤ ਫਿਰ ਪੁੱਛ ਨਹੀਂ ਸਕਦੇ ਲੇਖਾ। ਜਿਹੜੇ ਜਮਦੂਤ ਨੇ ਰੱਬ ਦੇ ਦਰ ਤੇ ਖਲੋਤੇ ਹੋਏ ਸੇਵਾ ਕਰਦੇ ਪਏ, ਜਿਨ੍ਹਾਂ ਦੀ ਨੌਕਰੀ ਇਹ ਹੈ ਕਿ ਜੀਵਾਂ ਦਾ ਹਿਸਾਬ ਕਿਤਾਬ ਲੈਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹ ਧਰਮਰਾਜ ਦੇ ਜਮਦੂਤ ਜਿਹੜੇ ਨੇ ਉਹ ਲੇਖਾ ਨਹੀਂ ਲੈ ਸਕਦੇ। ਉਹ ਪੁੱਛ ਹੀ ਨਹੀਂ ਸਕਦੇ ਵੀ ਹਾਂ ਭਾਈ ਤੂੰ ਕਿੱਧਰੋਂ ਆਇਆ ਤੇ ਕੀ ਕਰਕੇ ਆਇਆ। ਨਹੀਂ, ਉਹਨਾਂ ਦੇ ਅਖਤਿਆਰ ਦੇ ਵਿੱਚੋਂ ਇਹ ਗੱਲਾਂ ਬਾਹਰ ਹੋ ਜਾਂਦੀਆਂ, ਉਹਨਾਂ ਦੀ ਪਹੁੰਚ ਉੱਥੋਂ ਤੱਕ ਨਹੀਂ ਰਹਿ ਜਾਂਦੀ ਹੈ। ਸਤਿਗੁਰੂ ਫਿਰ ਫਰਮਾਉਂਦੇ ਹਨ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਇਹ ਦਰ ਸਤ ਸੰਗਤ ਰੂਪੀ ਦਰ ਹੈ, ਜਿਹੜੇ ਇੱਥੇ ਆ ਕੇ ਦਵਾਰਪਾਲ ਬਣਦੇ, ਸੰਗਤ ਵਿੱਚ ਆਉਂਦੇ, ਸੰਗਤ ਵਿੱਚ ਮੱਥਾ ਟੇਕਦੇ ਹਨ, ਮੂਲੇ ਪੁੱਛ ਤਿਸ, ਉਹਨਾਂ ਦਾ ਵੀ ਹਿਸਾਬ ਕਿਤਾਬ ਕੋਈ ਪੁੱਛੇਗਾ ਨਹੀਂ। ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ। ਉਹਨਾਂ ਦੇ ਕਾਗਜ਼ ਪੱਤਰ ਵਹੀ ਖਾਤੇ ਸਭ ਖਤਮ ਹੋ ਜਾਂਦੇ, ਪਾਟ ਜਾਂਦੇ, ਕੋਈ ਲੇਖਾ ਲੈ ਨਹੀਂ ਸਕਦਾ ਹੈ। ਛੁੱਟਾ ਤਾਂ ਕਹਿ ਬੋਲ ਸਾਹਿਬ ਨਦਰ ਜਿਸ। ਸਾਹਿਬ ਦੀ ਨਜ਼ਰ ਹੈ ਨਾ ਪ੍ਰਮਾਤਮਾ ਦੀ, ਉਹਦੇ ਇੱਕ ਬੋਲ ਦੇ ਨਾਲ ਸਾਰਾ ਸੰਸਾਰ ਛੁੱਟ ਜਾਂਦਾ। ਸਾਨੂੰ ਤੇ ਇਹ ਲਾਲੇ ਪਏ ਹੋਏ ਨੇ, ਪਤਾ ਨਹੀਂ ਮੈਂ ਮੁਕਤ ਹੋਵਾਂਗਾ ਕਿ ਨਹੀਂ। ਪਰ ਜਿਹਦੇ ਉੱਪਰ ਉਹਦੀ ਨਜ਼ਰ ਹੋ ਗਈ ਨਾ ਪ੍ਰਮਾਤਮਾ ਦੀ, ਆਪ ਤੇ ਉਹ ਮੁਕਤ ਹੋ ਹੀ ਗਿਆ। ਉਹਦੇ ਇੱਕ ਬੋਲ ਦੇ ਨਾਲ ਸਾਰੀ ਦੁਨੀਆ ਮੁਕਤੀ ਪ੍ਰਾਪਤ ਕਰ ਸਕਦੀ ਹੈ। ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਇਹ ਨਾਮ ਦੀ ਕਮਾਈ ਹੈ, ਜਿਹਨੇ ਕੀਤੀ ਹੈ ਉਹਦੀ ਇੱਕ ਸਿੱਖਿਆ ਨਾਲ ਦੁਨੀਆ ਤਰ ਜਾਂਦੀ ਹੈ। ਸਾਡੇ ਸਾਹਮਣੇ ਇਤਿਹਾਸ ਆ ਜਾਂਦਾ ਨਾ ਜਨਕ ਰਾਜੇ ਦਾ। ਜਨਕ ਰਾਜੇ ਨੇ ਨਾਮ ਦੀ ਇੱਕ ਘੜੀ ਦਿੱਤੀ, ਨਾਮ ਜਪਣ ਦੇ 24 ਮਿੰਟ ਦਿੱਤੇ। 24 ਮਿੰਟ ਕੋਈ ਬਹੁਤੇ ਥੋੜੀ, ਝਾਟੀ ਆਪਾਂ ਗੱਲਾਂ ਬਾਤਾਂ ਮਾਰਦੇ ਆਂ ਬਤੀਤ ਕਰ ਦਿੰਦੇ। 24 ਮਿੰਟ ਜਿਹੜਾ ਨਾਮ ਜਪਿਆ ਸੀ ਉਹ ਦੇ ਕੇ, ਧਾਰਮਿਕ ਸ਼ਾਸਤਰ ਇਹ ਗੱਲ ਕਹਿੰਦਾ, ਗ੍ਰੰਥ ਇਹ ਗੱਲ ਕਹਿੰਦਾ ਵੀ 18 ਤਰ੍ਹਾਂ ਦੇ ਨਰਕ ਨੇ, ਇੱਕ ਨਰਕ ਨਹੀਂ 18 ਕਿਸਮਾਂ ਦੇ ਵੱਖ-ਵੱਖ ਨਰਕ ਨੇ। ਤੇ ਜਨਕ ਰਾਜੇ ਨੇ ਸਾਰੇ ਵਿਹਲੇ ਕਰਵਾ ਲਏ, ਕੋਈ ਰਿਹਾ ਹੀ ਨਹੀਂ। ਸਾਰੇ ਨਰਕਾਂ ਵਿੱਚੋਂ ਜੀਵ ਉਹਨੇ ਕੱਢ ਲਏ ਬਾਹਰ, ਨਰਕਾਂ ਚੋਂ ਮੁਕਤੀ ਦਵਾ ਦਿੱਤੀ। ਇਹ ਨਾਮ ਦੀ ਮਹਿਮਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਨਾਮ ਦੀ ਕਮਾਈ ਹੈ, ਛੂਟੈ ਤਾਕੈ ਬੋਲ ਸਾਹਿਬ ਨਦਰ ਜਿਸ। ਜਿਹਦੇ ਉੱਪਰ ਸਾਹਿਬ ਦੀ ਨਜ਼ਰ ਹੋਵੇ, ਉਹਦੇ ਇੱਕ ਬੋਲ ਦੇ ਨਾਲ ਸਾਰਾ ਸੰਸਾਰ ਛੁੱਟ ਜਾਂਦਾ ਹੈ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤਾ ਕੋਏ। ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਸ ਪ੍ਰਮਾਤਮਾ ਦੇ ਆਣੇ ਲਿਆਂਦੇ ਹੋਏ ਇਹ ਜੀਵ ਦੁਨੀਆ ਵਿੱਚ ਆਉਂਦੇ ਨੇ, ਜੰਮ ਕੇ ਆਉਂਦੇ। ਤੇ ਜਦੋਂ ਉਮਰਾਂ ਪੂਰੀ ਹੋ ਜਾਂਦੀ ਹੈ ਨਾ ਸਾਡੀ, ਫਿਰ ਘੱਲੇ ਆਣੇ। ਫਿਰ ਘੱਲੇ ਤੋਂ ਭਾਵ ਵੀ ਇਸ ਲੋਕ ਦੇ ਵਿੱਚੋਂ ਫਿਰ ਉਹ ਪਰਲੋਕ ਵਿੱਚ ਘੱਲ ਦਿੰਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਵੀ ਜਨਮ ਦੇ ਵਿੱਚ ਭੇਜਣ ਵਾਲਾ ਵੀ ਉਹ ਹੈ ਤੇ ਜਨਮ ਤੋਂ ਬਾਅਦ ਵਿੱਚ ਮੌਤ ਦੇਣ ਵਾਲਾ ਵੀ ਉਹ ਹੀ ਹੈ, ਜੇ ਸਿੱਧਾ ਬਚਨ ਸਮਝਣਾ ਹੋਵੇ। ਪਰ ਅਖਰੀ ਅਰਥ ਕੁਝ ਇਸ ਤਰ੍ਹਾਂ ਨੇ, ਆਣੇ ਤੋਂ ਭਾਵ ਲਿਆਂਦੇ ਹੋਏ। ਇਹ ਦੁਨੀਆ ਵਿੱਚ ਲਿਆਂਦੇ ਹੋਏ ਜਿਹੜੇ ਜੀਵ ਪ੍ਰਮਾਤਮਾ ਨੇ ਆਪ ਹੀ ਲਿਆਂਦੇ। ਤੇ ਜਦੋਂ ਉਮਰਾਂ ਪੂਰੀ ਹੋ ਗਈ ਫਿਰ ਘੱਲੇ, ਫਿਰ ਇੱਥੋਂ ਘੱਲ ਦਿੱਤੇ, ਤੋਰ ਦਿੱਤੇ ਵੀ ਚਲੋ ਪਰਲੋਕ ਦੇ ਵਿੱਚ ਜਾ ਕੇ ਲੇਖਾ ਦਿਓ। ਤੇ ਸਤਿਗੁਰੂ ਬਚਨ ਕਰਦੇ ਦੂਜਾ ਮਤ ਹੈ ਕੋਏ। ਪਰਮਾਤਮਾ ਕਿਸੇ ਦੂਜੇ ਦੇ ਕੋਲੋਂ ਮਤੇ ਕਹੀਏ ਸਲਾਹ ਨਹੀਂ ਲੈਂਦਾ। ਅਸੀਂ ਨਿੱਕਾ ਜਿਹਾ ਵੀ ਕੰਮ ਕਰਨਾ, ਆਂਢੀ ਗੁਆਂਢੀ ਰਿਸ਼ਤੇਦਾਰ ਭੈਣ ਭਰਾ ਮਾਂ ਬਾਪ ਨੂੰ ਪੁੱਛਦੇ ਆਂ ਵੀ ਆਹ ਕੰਮ ਕਿਵੇਂ ਕਰੀਏ, ਸਲਾਹ ਦੇ ਦਿਓ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਕਿਸੇ ਦੂਜੇ ਦੀ ਸਲਾਹ ਲੈਂਦਾ ਹੀ ਨਹੀਂ, ਕਿਉਂਕਿ ਉਹਦਾ ਕੋਈ ਸ਼ਰੀਕ ਹੈ ਹੀ ਨਹੀਂ ਉਹਨੂੰ ਸਲਾਹ ਦੇਣ ਵਾਲਾ। ਮਤੇ ਤੋਂ ਭਾਵ ਹੈ ਮਤਾ, ਤੇ ਮਤਾ ਕਹਿੰਦੇ ਗੁਫ਼ਤਗੂ, ਵਿਚਾਰ।
ਕਿਸੇ ਦੀ ਵਿਚਾਰ ਨਹੀਂ ਲੈਂਦਾ, ਕਿਸੇ ਦੀ ਉਹ ਸਲਾਹ ਨਹੀਂ ਲੈਂਦਾ, ਮਰਜ਼ੀ ਦਾ ਮਾਲਕ ਹੈ। ਸਤਿਗੁਰੂ ਫਿਰ ਫਰਮਾਉਂਦੇ ਹਨ, ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤਾ ਕੋਏ। ਪਾਤਸ਼ਾਹ ਕਹਿਣ ਲੱਗੇ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਉਹਨਾਂ ਨੂੰ ਆਣੇ ਕਹੀਏ ਸੰਗਤ ਵਿੱਚ ਲੈ ਕੇ ਆਉਂਦਾ ਹੈ। ਜਿਹੜੇ ਸੰਗਤ ਵਿੱਚ ਆ ਗਏ ਉਹ ਇੱਥੇ ਫਿਰ ਘਾਲ ਕਮਾਈ ਕਰਦੇ। ਜਿਹੜੇ ਇੱਥੋਂ ਕਮਾਈ ਕਰਕੇ ਸੰਗਤ ਵਿੱਚ ਉਹ ਘੱਲੇ ਗਏ ਤੇ ਮਹਾਰਾਜ ਕਹਿਣ ਲੱਗੇ ਉਹਨਾਂ ਦਾ ਲੇਖਾ ਜੋਖਾ ਪ੍ਰਮਾਤਮਾ ਕਿਸੇ ਤੋਂ ਪੁੱਛ ਕੇ ਨਹੀਂ ਕਰੇਗਾ, ਨਾ ਹੀ ਉਹਨਾਂ ਦਾ ਲੇਖਾ ਕਿਸੇ ਧਰਮਰਾਜ ਦੇ ਕੋਲ ਰਹਿ ਜਾਣਾ ਹੈ। ਇਹਨਾਂ ਲੇਖਿਆਂ ਤੋਂ ਉਹ ਜੀਵ ਬਾਹਰ ਹੋ ਜਾਂਦਾ ਹੈ। ਤਾਹੇ ਉਸਾਰੇ ਸਾਜ ਜਾਣੈ ਸਭ ਸੋਏ। ਪਰਮਾਤਮਾ ਉਸਾਰੇ ਕਹੀਏ ਬਣਾਉਣ ਵਾਲਾ ਸਾਰਿਆਂ ਨੂੰ ਆਪ ਹੈ। ਉਸਾਰਦਾ ਬਣਾਉਂਦਾ ਆਪ ਹੈ, ਬਣਾ ਕੇ ਢਾਹੇ ਫਿਰ ਢਾਉਣ ਵਾਲਾ ਆਪ ਹੈ। ਪਹਿਲਾਂ ਉਸਾਰੇ ਕਹੀਏ ਜਨਮ ਦਿੰਦਾ ਹੈ, ਸਰੀਰ ਬਣਾਉਂਦਾ ਹੈ ਨਾ ਪਰਮਾਤਮਾ, ਫਿਰ ਸਰੀਰ ਨੂੰ ਪਾਲਦਾ, ਫਿਰ ਪਾਲਣ ਤੋਂ ਬਾਅਦ ਵਿੱਚ ਜਦੋਂ ਉਮਰਾਂ ਪੂਰੀ ਹੋ ਜਾਂਦੀ ਫਿਰ ਢਾਹੇ ਖਤਮ ਵੀ ਕਰ ਦਿੰਦਾ ਹੈ। ਸਰੀਰਾਂ ਨੂੰ ਬਣਾਉਂਦਾ ਵੀ ਆਪ ਹੈ, ਪਾਲਦਾ ਵੀ ਆਪ ਹੈ ਔਰ ਖਤਮ ਵੀ ਆਪ ਕਰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਉਹ ਦੁਨੀਆ ਬਣਾਉਂਦਾ ਵੀ ਆਪ ਹੈ, ਦੁਨੀਆ ਨੂੰ ਬਣਾ ਕੇ ਪਾਲਦਾ ਵੀ ਆਪ ਹੈ, ਫਿਰ ਸਾਰੀ ਦੁਨੀਆ ਨੂੰ ਢਾਉਣ ਦੀ ਸਮਰੱਥਾ ਵੀ ਰੱਖਦਾ ਹੈ। ਫਿਰ ਇੱਥੇ ਹੀ ਬਸ ਨਹੀਂ, ਢਾਹ ਕੇ ਫਿਰ ਸਾਜ ਦਿੰਦਾ ਦੁਬਾਰਾ। ਇੱਕ ਦੀ ਦੁਨੀਆ ਬਣਾਈ ਖਤਮ ਕਰ ਦਿੱਤੀ, ਦੁਬਾਰਾ ਫਿਰ ਉਹਦੀ ਮੌਜ ਹੁੰਦੀ ਹੈ ਵੀ ਚਲੋ ਫਿਰ ਦੁਨੀਆ ਬਣਾਈਏ, ਵੇਖੀਏ ਇਹਨਾਂ ਦੇ ਕਾਰੀਕਰਮ ਇਹ ਕੀ ਕਰਦੇ। ਦੁਬਾਰਾ ਫਿਰ ਉਹ ਬਣਾ ਦਿੰਦਾ ਹੈ। ਆਪ ਹੀ ਬਣਾਉਣ ਵਾਲਾ, ਆਪ ਹੀ ਢਾਉਣ ਵਾਲਾ, ਢਾਹ ਕੇ ਫਿਰ ਉਹ ਆਪ ਬਣਾਉਣ ਵਾਲਾ ਹੈ। ਜਿਵੇਂ ਛੋਟੇ ਛੋਟੇ ਬੱਚੇ ਰੇਤ ਦੇ ਢੇਰ ਦੇ ਉੱਪਰ ਖੇਡਦੇ ਨੇ ਤੇ ਉਹ ਰੇਤਾ ਦਾ ਘਰ ਆਪੇ ਬਣਾ ਲੈਂਦੇ, ਬਣਾ ਕੇ ਫਿਰ ਪੈਰ ਮਾਰ ਕੇ ਢਾਹ ਦਿੰਦੇ, ਢਾਹ ਕੇ ਦੁਬਾਰਾ ਫਿਰ ਬਣਾਉਣ ਲੱਗ ਪੈਂਦੇ। ਬੱਚਿਆਂ ਦੀ ਖੇਡ ਹੈ ਨਾ, ਇਹ ਸੰਸਾਰ ਵੀ ਪ੍ਰਮਾਤਮਾ ਦੀ ਬੱਚਿਆਂ ਵਾਲੀ ਖੇਡ ਹੈ। ਕਦੇ ਬਣਾ ਲੈਂਦਾ, ਕਦੇ ਢਾਹ ਲੈਂਦਾ, ਕਦੇ ਫਿਰ ਬਣਾ ਲੈਂਦਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਨ ਆਦੇਸ਼ ਤਿਸੈ ਆਦੇਸ਼। ਮਹਾਰਾਜ ਕਹਿੰਦੇ ਐਸਾ ਹੈ, ਕਦੇ ਉਸਾਰਦਾ, ਕਦੇ ਢਾਉਂਦਾ, ਕਦੇ ਫਿਰ ਉਸਾਰ ਲੈਂਦਾ। ਮੌਜ ਦਾ ਮਾਲਕ ਹੋਇਆ, ਆਪਣੀਆਂ ਮੌਜਾਂ ਐਸੀਆਂ ਕਰਦਾ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ, ਐਸਾ ਉਹ ਪਰਮਾਤਮਾ ਹੈ। ਫਿਰ ਬਖਸ਼ਦੇ ਹਨ, ਢਾਏ ਉਸਾਰੇ ਸਾਜ ਜਾਣੈ ਸਭ ਸੋਏ। ਦੂਸਰੀ ਤਰ੍ਹਾਂ ਆਪਾਂ ਇਹ ਵੀ ਸਰਵਨ ਕਰ ਸਕਦੇ ਹਾਂ, ਉਹ ਢੱਠਿਆਂ ਨੂੰ ਉਸਾਰ ਸਕਦਾ ਹੈ। ਜਿਹੜੇ ਢੱਠੇ ਨਾ ਪਹਿਲਾਂ ਹੀ ਡਿੱਗੇ ਹੋਏ, ਡਿੱਗੇ ਹੋਏ ਘਰ ਨੂੰ, ਡਿੱਗੇ ਹੋਏ ਬੰਦੇ ਨੂੰ ਉਹ ਦੁਬਾਰਾ ਫਿਰ ਖੜਾ ਕਰ ਸਕਦਾ, ਇੰਨੀ ਸਮਰੱਥਾ ਉਹਦੇ ਵਿੱਚ ਹੈ। ਢਾਹੇ ਉਸਾਰੇ, ਢੱਠਿਆਂ ਨੂੰ ਉਸਾਰ ਸਕਦਾ ਹੈ ਤੇ ਉਸਾਰਿਆਂ ਨੂੰ ਢਾਹ ਸਕਦਾ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹ ਪਰਮਾਤਮਾ ਐਸਾ ਸਮਰੱਥ ਹੈ, ਜੇ ਚਾਹਵੇ ਨਾ ਜਿਹੜਾ ਢੱਠਾ ਹੋਇਆ ਬਿਲਕੁਲ ਜਿਸ ਨੀਚ ਕੋ ਕੋਈ ਨਾ ਜਾਣੈ, ਜਿਹੜਾ ਬਿਲਕੁਲ ਗਿਰਿਆ ਡਿੱਗਿਆ ਜਿਹਨੂੰ ਕੋਈ ਨਹੀਂ ਜਾਣਦਾ, ਚਾਹਵੇ ਤੇ ਪਰਮਾਤਮਾ ਉਹਨੂੰ ਸਾਜ ਸਕਦਾ ਹੈ, ਸਵਾਰ ਸਕਦਾ, ਰਾਜਾ ਬਣਾ ਦੇਵੇ, ਮਹਾਰਾਜਾ ਬਣਾ ਦੇਵੇ, ਵੱਡੀ ਤੋਂ ਵੱਡੀ ਉਹਨੂੰ ਪਦਵੀ ਬਖਸ਼ਿਸ਼ ਕਰ ਸਕਦਾ ਹੈ। ਤੇ ਜਦੋਂ ਵੱਡਾ ਬਣਾ ਦਿੰਦਾ ਹੈ ਫਿਰ ਕਈ ਵਾਰੀ ਜੀਵ ਦੇ ਮਨ ਵਿੱਚ ਮਾਣ ਆ ਜਾਂਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ। ਫਿਰ ਉਸ ਵੱਡੇ ਬਣੇ ਨੂੰ ਉਹ ਢਾਹ ਵੀ ਸਕਦਾ ਹੈ, ਥੱਲੇ ਜ਼ੀਰੋ ਤੇ ਫਿਰ ਲਿਆ ਸਕਦਾ ਹੈ, ਥੱਲਿਓਂ ਉੱਪਰ ਚੁੱਕ ਸਕਦਾ ਹੈ, ਉੱਪਰੋਂ ਥੱਲੇ ਲਿਆ ਸਕਦਾ ਹੈ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹ ਐਸਾ ਸਮਰੱਥ ਹੈ ਭਾਈ ਵੀ ਜੋ ਚਾਹਵੇ ਪਰਮਾਤਮਾ ਕਰਦਾ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਾਣੇ ਸਭ ਸੋਏ। ਪਰਮਾਤਮਾ ਸਾਰੇ ਜੀਵਾਂ ਦੇ ਲੇਖਾਂ ਨੂੰ, ਕਰਮਾਂ ਨੂੰ, ਹਿਸਾਬ ਕਿਤਾਬ ਨੂੰ ਜਾਣਦਾ ਹੈ। ਇਹ ਮਤਾ ਅਸੀਂ ਸੋਚੀਏ ਵੀ ਆਹ ਕੰਮ ਮੈਂ ਕੁੰਡੀ ਲਾ ਕੇ ਇਹਦੇ ਅੰਦਰ ਦਰਵਾਜ਼ੇ ਦੇ ਬੈਠ ਕੇ ਕਰ ਲਿਆ ਹੈ, ਮੈਂ ਪਰਦੇ ਕਰ ਲਏ ਆਪਣੀਆਂ ਤਾਕੀਆਂ ਦੇ ਅੱਗੇ, ਮੈਨੂੰ ਤੇ ਕਿਸੇ ਨੇ ਵੇਖਿਆ ਹੀ ਨਹੀਂ ਹੈ। ਮੈਂ ਰਾਜਾ ਖਰੀਦ ਲਿਆ, ਮੈਂ ਵਕੀਲ ਖਰੀਦ ਲਿਆ, ਮੈਂ ਜੱਜ ਖਰੀਦ ਲਏ ਫੈਸਲਾ ਕਰਨ ਵਾਲੇ, ਮੈਨੂੰ ਤੇ ਕਿਸੇ ਨੇ ਵੇਖਿਆ ਹੀ ਨਹੀਂ। ਮਹਾਰਾਜ ਕਹਿਣ ਲੱਗੇ ਜਾਣੈ ਸਭ ਸੋਏ। ਉਹ ਤੇਰੇ ਅੰਦਰ ਬੈਠਾ ਹੋਇਆ ਉਹ ਸਭ ਕੁਝ ਜਾਣਦਾ ਪਿਆ ਵੀ ਤੂੰ ਕੀ ਕੀਤਾ ਹੈ।
ਉਹ ਤੇਰੀਆਂ ਅੱਖਾਂ ਦੇ ਵਿੱਚ ਬੈਠ ਕੇ ਵੇਖਦਾ ਪਿਆ ਵੀ ਤੂੰ ਕੀ ਕਰਦਾ ਪਿਆ ਹੈ। ਉਹ ਤੇਰੇ ਕੰਨਾਂ ਵਿੱਚ ਬੈਠਾ ਹੋਇਆ ਸੁਣਦਾ ਪਿਆ ਵੀ ਤੂੰ ਕੀ ਸੁਣਦਾ ਤੇ ਕੀ ਕਰਦਾ ਹੈ। ਮਹਾਰਾਜ ਕਹਿਣ ਲੱਗੇ ਜਾਣੈ ਸਭ ਸੋਏ, ਤੇਰੇ ਇਕੱਲੇ ਦੀ ਨਹੀਂ, ਉਹ ਤੇ ਸਾਰੀ ਕਾਇਨਾਤ ਦੀ ਜਾਣਦਾ ਹੈ। ਕਿੱਥੇ ਕੀ ਹੋ ਰਿਹਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ। ਜੇ ਉਹ ਭਲੇ ਦੀ ਗੱਲ ਜਾਣਦਾ ਨਾ ਵੀ ਫਲਾਣੇ ਬੰਦੇ ਦੇ ਮਨ ਵਿੱਚ ਭਲਾ ਕਰਨ ਦਾ ਸੰਕਲਪ ਪੈਦਾ ਹੋਇਆ, ਇਹ ਵੀ ਉਹ ਜਾਣਦਾ ਹੈ। ਮੈਂ ਕੱਲ ਨੂੰ ਕੀ ਕਰਨਾ, ਪਰਮਾਤਮਾ ਨੂੰ ਪਤਾ ਵੀ ਕਿਹੜਾ ਮੈਂ ਕੱਲ ਨੂੰ ਭਲੇ ਵਾਲਾ ਕੰਮ ਕਰਨਾ। ਹੋ ਸਕਦਾ ਮੈਨੂੰ ਪਤਾ ਨਾ ਹੋਵੇ, ਪਰ ਰੱਬ ਨੂੰ ਪਤਾ ਵੀ ਇਹਨੇ ਕੱਲ ਨੂੰ ਆਹ ਭਲੇ ਵਾਲਾ ਕੰਮ ਕਰਨਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਜਿਹੜਾ ਬੁਰਾ ਕਰਮ ਹੈ, ਜਿਹੜਾ ਕੱਲ ਨੂੰ ਹੋਣਾ, ਹੋ ਸਕਦਾ ਉਹ ਬੁਰੇ ਕਰਮ ਨੂੰ ਮੈਂ ਨਾ ਜਾਣਦਾ ਹੋਵਾਂ, ਮੈਨੂੰ ਪਤਾ ਨਾ ਲੱਗੇ, ਪਰ ਪਰਮਾਤਮਾ ਨੂੰ ਉਹ ਵੀ ਪਤਾ ਹੈ ਭਲੇ ਬੁਰੇ ਕੀ। ਭਲੇ ਬੰਦੇ ਦੇ ਅੰਦਰ ਭਲੇ ਦੀ ਵਿਚਾਰ ਚੱਲਦੀ, ਇਹ ਵੀ ਉਹਨੂੰ ਪਤਾ ਹੈ। ਬੁਰੇ ਬੰਦੇ ਦੇ ਅੰਦਰ ਬੁਰੀ ਵਿਚਾਰ ਚੱਲਦੀ, ਮਾੜੀ ਚੱਲਦੀ, ਇਹ ਵੀ ਉਹਨੂੰ ਪਤਾ ਹੈ। ਭਲੇ ਬੁਰੇ ਕੀ ਪੀੜ ਪਛਾਣਤ, ਸਾਰਿਆਂ ਦੀ ਪੀੜਾ ਦਰਦ ਦੁੱਖ ਉਹ ਪਹਿਚਾਣਦਾ ਹੈ। ਕਿਹਦੇ ਅੰਦਰ ਭਲੇ ਦੀ, ਕਿਹਦੇ ਅੰਦਰ ਬੁਰੇ ਦੀ, ਕਿਹਨੂੰ ਭਲਾ ਕਰਕੇ ਸੁੱਖ ਮਿਲਦਾ ਹੈ, ਕਿਹਨੂੰ ਬੁਰਾ ਕਰਕੇ ਦੁੱਖ ਮਿਲਦਾ, ਉਹ ਸਭ ਜਾਣਦਾ ਹੈ। ਸਾਰੀ ਸ੍ਰਿਸ਼ਟੀ ਦੀ ਜਾਣਦਾ ਹੈ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਨਦਰੀ ਪ੍ਰਮਾਤਮਾ, ਨਦਰੀ ਨਾਮ ਇੱਥੇ ਪ੍ਰਮਾਤਮਾ ਦਾ ਹੈ, ਜਿਹਦੇ ਉੱਪਰ ਪ੍ਰਮਾਤਮਾ ਨਦਰੀ ਦੀ ਕਰਮ ਕਹੀਏ ਕਿਰਪਾ ਹੋਵੇ, ਬਖਸ਼ਿਸ਼ ਹੋ ਜਾਵੇ, ਜਿਹਦੇ ਉੱਪਰ ਉਹ ਨਦਰੀ ਪ੍ਰਮਾਤਮਾ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ। ਨਾਉ ਨਾਨਕ ਬਖਸ਼ੀਸ, ਉਹਨੂੰ ਉਹ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਤੇ ਜਿਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਬਖਸ਼ਿਸ਼ ਤੋਂ ਭਾਵ ਵੀ ਉਹਨੂੰ ਫਿਰ ਬਖਸ਼ ਵੀ ਉਹ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਦਰੀ ਜੋ ਪ੍ਰਮਾਤਮਾ ਹੈ ਉਹ ਕਰਮ ਹੋਏ, ਜਿਹਦੇ ਉੱਪਰ ਉਹ ਕਿਰਪਾ ਕਰਦਾ ਹੈ, ਉਹਨੂੰ ਨਾਉ ਬਖਸ਼ੀਸ, ਉਹਨੂੰ ਨਾਮ ਦੀ ਬਖਸ਼ਿਸ਼ ਦਿੰਦਾ ਹੈ। ਨਾਮ ਦੀ ਬਖਸ਼ਿਸ਼ ਦੇ ਕੇ, ਬਖਸ਼ੀਸ ਕਹੀਏ ਫਿਰ ਉਹ ਬਖਸ਼ ਲੈਂਦਾ ਹੈ, ਮਾਫ ਕਰ ਦਿੰਦਾ ਸਾਰੇ ਗੁਨਾਹ ਸਾਰੇ ਐਬ, ਪਰ ਹੁੰਦੇ ਉਹਦੇ ਜਿਹਨੇ ਨਾਮ ਜਪਿਆ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ। ਹੁਣ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਕੀਤੇ ਹੋਏ ਆਪਾਂ ਭੋਗ ਦੇ ਸ਼ਲੋਕ ਸਰਵਣ ਕਰਾਂਗੇ, ਉਪਰੰਤ ਗੁਰਬਾਣੀ ਦੇ ਕੀਰਤਨ ਸਰਵਣ ਕਰਾਂਗੇ। ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਤਾਹੇ ਉਹ ਸਾਰੇ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।